ਆਮ ਆਦਮੀ ਪਾਰਟੀ ਦੀ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਇੱਕ ਵੀ ਅਜਿਹਾ ਵਿਅਕਤੀ ਮੌਜੂਦ ਨਹੀਂ ਹੈ ਜੋ ਸਿਆਣਾ ਹੋ ਕੇ ਪੰਜਾਬ ਦਾ ਬਜਟ ਬਣਾ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਡਰਾਮਿਆਂ ਤੋਂ ਪਰਹੇਜ਼ ਕਰੋ ਕਿਉਂਕਿ ਸਰਕਾਰ ਦੇ 4 ਸਾਲਾਂ ਦੇ ਕੰਮਾਂ ਨੂੰ ਲੋਕਾਂ ਨੇ ਵੇਖ ਲਿਆ ਹੈ। ਵਿੱਤ ਮੰਤਰੀ ने कहा कि भारत सरकार ਦੀਆਂ ਛੋਟੀਆਂ बचत ਸਕੀਮਾਂ ਦੀਆਂ ਵਿਆਜ ਦਰਾਂ ਉਹੀ ਰਹਿਣਗੀਆਂ। नमस्कार आदाब सत श्री अकाल, मैं इम्तियाज बराड़ ਅਤੇ ਅੱਜ ਦੇ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਹੈ। ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਕਾਰਨ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਦਰਮਿਆਨ ਆਪਸੀ ਖਿੱਚੋਤਾਣ ਲਗਾਤਾਰ ਜਾਰੀ ਹੈ, ਜਿਸ ਕਾਰਨ ਸਾਰੀ ਦੀ ਸਾਰੀ ਸਥਿਤੀ ਨਾ ਚਾਹੁੰਦੇ ਹੋਏ ਵੀ ਹੱਥਾਂ ਤੋਂ ਬਾਹਰ ਦੀ ਹੀ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਇੱਕ ਵੀ ਅਜਿਹਾ ਵਿਅਕਤੀ ਮੌਜੂਦ ਨਹੀਂ ਹੈ ਜੋ ਸਿਆਣਾ ਹੋ ਕੇ ਪੰਜਾਬ ਦਾ ਬਜਟ ਬਣਾ ਸਕੇ, ਜਿਸ ਕਰਕੇ ਹੁਣ ਕੈਪਟਨ ਸਰਕਾਰ ਨੂੰ ਪ੍ਰਸ਼ਾਂਤ ਕਿਸ਼ੋਰ ਵਰਗੇ ਬੰਦੇ ਨੂੰ ਬਾਹਰੋਂ ਲਿਆ ਕੇ ਉਸ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ। ਨਾਲ ਹੀ ਉਹਨਾਂ ਨੇ ਔਰਤਾਂ ਦੇ ਲਈ ਮੁਫਤ ਸਫ਼ਰ ਦੇ ਬਾਰੇ ਵਿੱਚ ਕਿਹਾ ਕਿ ਜੇਕਰ ਸਫ਼ਰ ਮੁਫਤ ਕਰਨਾ ਹੀ ਸੀ ਤਾਂ ਸਾਰੀਆਂ ਬੱਸਾਂ ਮਤਲਬ ਕਿ ਏਸੀ ਅਤੇ ਵੋਲਵੋ ਬੱਸਾਂ ਦੇ ਵਿੱਚ ਵੀ ਕਰਨਾ ਸੀ, ਨਾ ਕਿ ਸਿਰਫ ਮਹਿਜ਼ ਦਿਖਾਵੇ ਤੌਰ ਤੇ ਆਮ ਬੱਸਾਂ ਦੇ ਵਿੱਚ ਫ੍ਰੀ ਕਰਕੇ ਬਹੁਤ ਵੱਡਾ ਕੰਮ ਦਿਖਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਆਪਣਾ ਬਜਟ ਪੇਸ਼ ਕਰਦੀ ਹੈ ਔਰ ਬਜਟ ਬਣਾਉਣ ਵਾਸਤੇ ਮੈਨੂੰ ਇਹ ਲੱਗਦਾ ਵੀ ਸਰਕਾਰ ਨੂੰ ਆਪਦੀ ਪੂਰੀ ਸਰਕਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੋਈ ਐਫੀਸ਼ੀਐਂਟ ਪਰਸਨ ਹੀ ਨਹੀਂ ਮਿਲਿਆ ਜਿਹੜਾ ਕਿ ਬਜਟ ਤਿਆਰ ਕਰ ਸਕੇ। ਤੇ ਪ੍ਰਸ਼ਾਂਤ ਕਿਸ਼ੋਰ ਨੂੰ ਇਹਨਾਂ ਨੂੰ ਬਿਹਾਰ ਤੋਂ ਕਾਲ ਕਰਨਾ ਪਿਆ ਕਿ ਇਹਨਾਂ ਦਾ ਬਜਟ ਆ ਕੇ ਤਿਆਰ ਕਰੇ। ਔਰ ਦੂਸਰਾ, ਸਰਕਾਰ ਬਹੁਤ ਵੱਡਾ ਦਾਅਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਦੀਆਂ ਔਰਤਾਂ ਲਈ, ਅਸੀਂ ਲੇਡੀਜ਼ ਲਈ ਜਿਹੜਾ ਉਹਨਾਂ ਦਾ ਕਿਰਾਇਆ ਉਹਦੀ ਮਾਫੀ ਦੇ ਦਿੱਤੀ। ਉਹ ਜੇ ਦਿੱਲੀ ਦੀ ਇਹਨਾਂ ਨੇ ਰੀਸ ਕਰਨੀ ਆ ਤਾਂ ਚੰਗੇ ਤਰੀਕੇ ਦੇ ਨਾਲ ਕਰ, ਦਿੱਲੀ ਤੋਂ ਕੁਝ ਸਿੱਖ ਲੈਣ। ਅਸੀਂ ਤਾਂ ਇਹ ਕਹਿੰਦੇ ਆ ਔਰ ਇਹ ਦੱਸਦੇ ਨੇ ਵੀ ਦੱਸੋ ਪੰਜਾਬ ਦੇ ਵਿੱਚ ਬੱਸਾਂ ਹੀ ਕਿੰਨੀਆਂ ਕਾ ਜਿਹੜੀਆਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਲੇਡੀਜ਼ ਦਾ ਜਿਹੜਾ ਕਿਰਾਇਆ ਮਾਫ ਕਰ ਦਿੱਤਾ, ਜਿਵੇਂ ਏਸੀ ਬੱਸਿਸ ਦਾ ਕਿਰਾਇਆ ਕਿਉਂ ਨਹੀਂ ਮਾਫ ਕੀਤਾ। ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਤੋਂ, ਬਈ ਬੱਸਾਂ ਸਾਰੀਆਂ ਤੁਸੀਂ ਖਾ ਗਏ, ਟਰਾਂਸਪੋਰਟ ਸਾਰਾ ਤੁਸੀਂ ਖਤਮ ਕਰ ਦਿੱਤਾ ਔਰ ਇਸ ਪੰਜਾਬ ਵਰਗੀ ਸਟੇਟ ਦੇ ਉੱਤੇ ਸਪੈਸ਼ਲੀ ਸਾਡੀਆਂ ਉਸ ਔਰਤਾਂ ਲਈ, ਮਾਵਾਂ ਲਈ ਇੱਕ ਕੋਝਾ ਮਜ਼ਾਕ ਜਿਹੜਾ ਸਰਕਾਰ ਕਰ ਰਹੀ ਆ। ਸੋ ਸ਼ਰੇਆਮ ਸਰਕਾਰ ਟਰਾਂਸਪੋਰਟ ਨੂੰ ਲੈ ਕੇ, ਮਾਈਨਿੰਗ ਨੂੰ ਲੈ ਕੇ, ਮਾਫੀ ਨੂੰ ਲੈ ਕੇ ਜਿਹੜੀ ਧੜਾ ਧੜ ਲੁੱਟ ਮਚਾਈ ਹੋਈ ਆ, ਕੋਈ ਕਿਰਾਇਆ ਮਾਫ ਨਹੀਂ ਕੀਤਾ। ਇੱਕ ਮੋਦੀ ਦੀ ਤਰ੍ਹਾਂ ਇੱਕ ਵੱਡਾ ਜੁਮਲਾ ਬਣਾ ਕੇ ਜਿਹੜਾ ਉਹ ਇੱਥੇ ਪੰਜਾਬ ਦੇ ਵਿੱਚ ਛੱਡਿਆ ਸਰਕਾਰ ਨੇ। ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਠਾਠਾ ਮਾਰਦਾ ਵਿਸ਼ਾਲ ਇਕੱਠ ਸੰਬੋਧਨ ਕੀਤਾ ਗਿਆ ਅਤੇ ਕਿਤੇ ਨਾ ਕਿਤੇ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਵਜੂਦ ਨੂੰ ਬਚਾਉਣ ਦੇ ਲਈ ਫਿਕਰਮੰਦ ਦਿਖਾਈ ਦਿੱਤੇ, ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਮੌਜੂਦਾ ਕੈਪਟਨ ਸਰਕਾਰ ਦੇ ਉੱਪਰ ਗੰਭੀਰ ਦੋਸ਼ ਵੀ ਲਗਾਏ ਗਏ। ਉਹਨਾਂ ਕਿਹਾ ਕਿ ਹੁਣ ਜਿਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਤਾਂ ਕੈਪਟਨ ਸਰਕਾਰ ਡਰਾਮੇਬਾਜ਼ੀਆਂ ਕਰਨ ਤੇ ਉਤਾਰੂ ਹੋ ਗਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਡਰਾਮਿਆਂ ਤੋਂ ਪਰਹੇਜ਼ ਕਰੋ ਕਿਉਂਕਿ ਸਰਕਾਰ ਦੇ 4 ਸਾਲਾਂ ਦੇ ਕੰਮਾਂ ਨੂੰ ਲੋਕਾਂ ਨੇ ਵੇਖ ਲਿਆ ਹੈ, ਕਿਉਂਕਿ ਨਾ ਤਾਂ ਤੁਸੀਂ ਆਮ ਲੋਕਾਂ ਦੇ ਹੋਏ ਹੋ ਅਤੇ ਨਾ ਹੀ ਕਿਸਾਨਾਂ ਅਤੇ ਆੜ੍ਹਤੀਆਂ ਦੇ। ਇਲੈਕਸ਼ਨ ਡਰਾਮੇ ਨਾ ਕਰੋ, ਤੁਹਾਨੂੰ ਆਪ 4 ਸਾਲ ਪਹਿਲੇ ਕਰਨਾ ਚਾਹੀਦਾ ਸੀ। ਜਿਵੇਂ ਤੁਸੀਂ 4 ਸਾਲ ਪਹਿਲੇ ਸਮਾਰਟਫੋਨ ਦੇਣੇ ਸੀ, ਤੁਸੀਂ 4 ਸਾਲ ਪਹਿਲੇ 2500 ਅਨਪਲੋਇਮੈਂਟ ਅਨਾਉਂਸ ਕਰਨਾ ਸੀ, 4 ਸਾਲ ਪਹਿਲੇ ਕਿਹਾ ਸੀ ਤੁਸੀਂ ਇਹ ਫ੍ਰੀ ਕਰੋਗੇ। ਹੁਣ 6 ਮਹੀਨੇ ਰਹਿ ਗਏ। ਆਹ ਡਰਾਮੇ ਹੈ, ਇਲੈਕਸ਼ਨ ਸਟੰਟ ਹੈ, ਦਿਲੋਂ ਇਹਨਾਂ ਦਾ ਮਨ ਨਹੀਂ ਸੀ। ਅਸੀਂ ਉਹੀ ਕਹਿ ਰਹੇ ਹਾਂ ਕਿ ਜੋ ਕਿਸਾਨ ਦੇ ਤੇ ਆੜ੍ਹਤੀ ਦਾ ਰਿਸ਼ਤਾ ਹੈ ਉਹ ਨਹੀਂ ਟੁੱਟਣਾ ਚਾਹੀਦਾ। ਸਾਹ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਮੁੱਖ ਮੰਤਰੀ ਸੀ ਟੁੱਟਣ ਨਹੀਂ ਦਿੱਤਾ। ਆਹ ਕੈਪਟਨ ਦੀ ਜ਼ਿੰਮੇਵਾਰੀ ਹੈ, ਸੂਬੇ ਦਾ ਮੁੱਖ ਮੰਤਰੀ ਹੈ, ਇਹਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜੇ। ਪਰ ਉਹ ਕਿਉਂਕਿ ਡਰਦਾ ਕੈਪਟਨ ਬੀਜੇਪੀ ਤੋਂ ਇੰਨਾ ਹੈ ਕਿ ਉਹਦੇ ਸਾਹਮਣੇ ਬੀਜੇਪੀ ਸਾਹਮਣੇ ਖੜ ਨਹੀਂ ਸਕਦਾ। ਉਹ ਜੋ ਬੀਜੇਪੀ ਦੇ ਉੱਤੋਂ ਹੁਕਮ ਆਉਂਦਾ ਹੈ। ਹੁਣ ਸਭ ਤੋਂ ਵੱਡਾ ਹਮਲਾ ਸਿੱਖ ਧਰਮ ਤੇ ਕੀਤਾ ਹੈ ਹੁਣੀ ਸੈਂਟਰ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ, ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਡੀਰੈਕਗਨਾਈਜ਼ ਕਰਨ ਵਾਸਤੇ। ਜਿਹੜੀਆਂ ਦੂਜੇ ਸੀ ਉਹਨਾਂ ਦੇ ਏਜੰਟ ਪਾਰਟੀਆਂ ਸੀ, ਸਰਨਾ ਦੀ ਤੇ ਜਿਹੜਾ ਦਿੱਲੀ ਗੁਰਦੁਆਰਾ ਮਨਜੀਤ ਜੀ ਕੇ ਦੀ, ਉਹਨਾਂ ਨੂੰ ਰੈਕਗਨਾਈਜ਼ ਕਰਤਾ। ਜਿਹੜੀ ਪਾਰਟੀ 30 ਸਾਲ ਤੋਂ ਜਾਂ 100 ਸਾਲ ਤੋਂ ਇੱਥੇ ਐਚਪੀਸੀ ਦੀ ਸੇਵਾ ਕਰੀ ਹੈ, ਦਿੱਲੀ ਗੁਰਦੁਆਰਾ ਦੀ ਸੇਵਾ ਕਰੀ, ਉਹਨੂੰ ਕਹਿੰਦੇ ਤੁਸੀਂ ਰੈਕਗਨਾਈਜ਼ ਨਹੀਂ ਹੈ। ਉਹਨਾਂ ਦਾ ਮਤਲਬ ਸੀ ਕਿ ਇਲੈਕਸ਼ਨ ਹੀ ਲੜ ਸਕਣਗੇ, ਫਿਰ ਅਸੀਂ ਆਪਣੇ ਏਜੰਟ ਬਿਠਾ ਦਾਂਗੇ। ਪਰ ਪ੍ਰਮਾਤਮਾ ਦੀ ਮਿਹਰ ਇੰਨੀ ਹੋਈ, ਪ੍ਰਮਾਤਮਾ ਜਿੰਨਾ ਮਰਜ਼ੀ ਜ਼ੁਲਮ ਕਰਨਾ, ਪ੍ਰਮਾਤਮਾ ਉਹਨਾਂ ਨੂੰ ਡਰ ਸੀ। ਮੈਂ ਕਹਿੰਦਾ ਜੇ ਹਿੰਮਤ ਹੈ ਮੈਦਾਨੇ ਜੰਗ ਚਾਓ, ਇਹ ਜਿਹੇ ਛੋਟੇ ਗੰਦੇ ਕੰਮ ਨਾ ਕਰੋ। ਸੁਖਬੀਰ ਜੀ, ਮੁਖਤਾਰ ਅੰਸਾਰੀ ਜਿਹੜਾ ਵਾ, ਮੁਖਤਾਰ ਅੰਸਾਰੀ
ਕਰੋੜਾਂ ਲੋਕਾਂ ਦੇ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਦੇ ਉੱਪਰ ਵਿਆਜ ਦਰ ਘਟਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਟਵੀਟ ਕਰਕੇ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਉਹੀ ਰਹਿਣਗੀਆਂ ਜੋ ਕਿ 2020-2021 ਦੇ ਆਖਰੀ ਤਿਮਾਹੀ ਦੇ ਵਿੱਚ ਮੌਜੂਦ ਸਨ, ਅਰਥਾਤ ਮਾਰਚ 2021 ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਇਹ ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਛੋਟੀਆਂ ਬਚਤ ਸਕੀਮਾਂ ਤੇ ਵਿਆਜ ਦਰਾਂ ਦੇ ਵਿੱਚ 1.1% ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਯਾਨੀ ਕਿ PPF ਅਤੇ ਰਾਸ਼ਟਰੀ ਬਚਤ ਸਰਟੀਫਿਕੇਟ NSC ਸ਼ਾਮਲ ਹਨ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਸਾਰੀਆਂ ਯੋਜਨਾਵਾਂ ਤੇ ਵਿਆਜ ਦਰ ਇੱਕੋ ਜਿਹੀ ਰਹੇਗੀ। ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ PPF ਤੇ ਵਿਆਜ 0.7% ਤੋਂ ਘਟਾ ਕੇ 6.4% ਕਰ ਦਿੱਤੀ ਗਈ ਹੈ, ਜਦੋਂ ਕਿ NSC ਅਤੇ 0.9% ਦੀ ਕਮੀ ਕਰਕੇ 5.9% ਕਰ ਦਿੱਤੀ ਗਈ ਹੈ। ਛੋਟੀਆਂ ਬਚਤ ਸਕੀਮਾਂ ਦੇ ਉੱਪਰ ਵਿਆਜ ਦਰ ਤਿਮਾਹੀ ਆਧਾਰ ਦੇ ਉੱਪਰ ਸੂਚਿਤ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਅੱਜ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੀਤਾਰਮਨ ਨੂੰ ਨਿਸ਼ਾਨਾ ਬਣਾਇਆ। ਸੀਤਾਰਮਨ ਨੇ ਟਵੀਟ ਕੀਤਾ ਸੀ ਕਿ ਭਾਰਤ ਸਰਕਾਰ ਦੀਆਂ ਛੋਟੀਆਂ ਬਚਤ ਸਕੀਮਾਂ ਦੀ ਵਿਆਜ ਦਰਾਂ ਦੇ ਉੱਪਰ ਉਹੀ ਦਰਾਂ ਰਹਿਣਗੀਆਂ ਜੋ ਕਿ 2020-21 ਦੀ ਆਖਰੀ ਤਿਮਾਹੀ 'ਚ ਮੌਜੂਦ ਸਨ। ਨਿਗਰਾਨੀ ਕਾਰਨ ਜਾਰੀ ਕੀਤੇ ਗਏ ਆਦੇਸ਼ ਵਾਪਸ ਲੈ ਲਏ ਜਾਣਗੇ। ਇਸ ਤੋਂ ਪਹਿਲਾਂ ਆਏ ਇੱਕ ਫੈਸਲੇ ਵਿੱਚ ਵਿੱਤ ਮੰਤਰਾਲੇ ਨੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਲਈ ਛੋਟੀ ਬਚਤ ਦਰ ਵਿੱਚ 3.5% ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਸੀ। ਜਨਵਰੀ-ਮਾਰਚ ਦੇ ਦੌਰਾਨ ਛੋਟੀ ਬਚਤ ਦੀ ਦਰ ਸਾਲਾਨਾ 4% ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ਪੈਟਰੋਲ ਡੀਜ਼ਲ ਤੇ ਪਹਿਲਾਂ ਹੀ ਲੁੱਟ ਹੋ ਰਹੀ ਸੀ, ਇੱਕ ਵਾਰ ਫਿਰ ਤੋਂ ਚੋਣਾਂ ਖਤਮ ਹੋਣ ਦੇ ਉੱਪਰ ਦੁਬਾਰਾ ਵਿਆਜ ਘਟਾ ਕੇ ਮੱਧ ਵਰਗ ਦੀ ਬਚਤ ਲੁੱਟ ਲਈ ਜਾਵੇਗੀ। ਜੁਮਲੇ ਦੀ, ਝੂਠ ਦੀ, ਇਹ ਸਰਕਾਰ ਜਨਤਾ ਦੀ ਲੁੱਟ ਦੀ। ਪ੍ਰਿਯੰਕਾ ਗਾਂਧੀ ਨੇ ਲਿਖਿਆ ਕਿ ਸਰਕਾਰ ਨੇ ਆਮ ਲੋਕਾਂ ਦੀਆਂ ਛੋਟੀਆਂ ਬਚਤਾਂ ਦੇ ਵਿੱਚ ਬਹੁਤ ਜ਼ਿਆਦਾ ਘਾਣ ਕੀਤਾ ਹੈ ਅਤੇ ਕਟੌਤੀ ਵੀ ਕਰ ਦਿੱਤੀ ਹੈ। ਜਦੋਂ ਅੱਜ ਸਵੇਰੇ ਸਰਕਾਰ ਉੱਠੀ ਤਾਂ ਪਤਾ ਲੱਗਿਆ ਕਿ ਇਹ ਚੋਣਾਂ ਦਾ ਸਮਾਂ ਹੈ। ਸਵੇਰੇ ਉੱਠਦਿਆਂ ਹੀ ਸਾਰਾ ਦੇਸ਼ ਓਵਰਸਾਈਡ ਦੇ ਉੱਪਰ ਲਗਾ ਦਿੱਤਾ ਗਿਆ। ਅਸਲ 'ਚ ਸਰਕਾਰ ਨੇ ਅਜਿਹੇ ਸਮੇਂ ਦੇ ਉੱਪਰ ਇਹ ਆਦੇਸ਼ ਵਾਪਸ ਲੈ ਆਏ ਜਦੋਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਵਿਧਾਨ ਸਭਾ ਚੋਣਾਂ VOTING ਦਾ ਸਮਾਂ ਆ ਗਿਆ ਹੈ, ਜਿਸ ਦੇ ਕਰਕੇ ਚਾਰੋਂ ਪਾਸੇ ਉਹਨਾਂ ਦੇ ਨਾਮ ਦੀ ਕਾਫੀ ਖਿੱਚੋਤਾਣੀ ਚੱਲ ਰਹੀ ਹੈ। An opportunity has been taken out of the pandemic situation. A challenging situation of the pandemic did not deter the government, did not deter us from taking up reforms which are going to be necessary for sustaining a long-term growth for this country. And as a result, very many steps were taken out and announced even during the Atmanirbhar package announcements. And in this budget, we have kept the pace up and announced measures which are for the reforms. And reforms, not just one-off, reforms not just every now and then, but reforms riveted in a policy. Riveted in a policy which is therefore going to give a neat background, a layout spread before the parliament for people to know that this is not a subjective, knee-jerk reform because you're every now and then questioned on it, but a reform which is going to lay a path for India to be one of the top economies of the world in the coming decade and further. So that kind of an approach, which is a courageous approach of a government which believes that the people of India have mandated it to do such an exercise. ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਬਸ ਇੰਨਾ ਹੀ। ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ।